व्यूअर्स वेलकम बैक इन प्रोग्राम जी। डॉक्टर साहब साडे कोल अगला फेसबुक कमेंट आया है टांडे तो जिला हुशियारपुर पंजाब तो रणजीत सिंह जोल जी दा साडी जगजीत सिंह चौहान वाली वीडियो ते ये लिखते हैं डॉक्टर साहब जी हाथ जोड़ के सत श्री अकाल जी। सत श्री अकाल। मैं 7 महीने तो आप जी दा प्रोग्राम देख रहा हाँ। लिखना तो बहुत कुछ चाहता हाँ पर बहुती इंग्लिश नहीं आती। इंडिया विच संत जी तो सरदार सिमरनजीत सिंह मान तक ਅਤੇ ਆਪ ਜੀ ਵਰਗੇ ਆਗੂਆਂ ਦਾ ਜੋ ਸਤਿਕਾਰ ਮੇਰੇ ਮਨ ਵਿੱਚ ਹੈ ਮੈਂ ਬਿਆਨ ਨਹੀਂ ਕਰ ਸਕਦਾ। ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਉਮਰ ਬਖਸ਼ਣ। ਡਾਕਟਰ ਸਾਹਿਬ ਚੌਹਾਨ ਸਾਹਿਬ ਬਿਲਕੁਲ ਸਾਡੇ ਪਿੰਡ ਦੇ ਨਾਲ ਦੇ ਪਿੰਡ ਦੇ ਸਨ ਤੇ ਸਾਡੇ ਬਾਬਾ ਜੀ ਦੇ ਬ੍ਰਦਰ ਸਰਪੰਚ ਸਰਦਾਰ ਅਮਰ ਸਿੰਘ ਜੀ ਜੋ ਲਗਭਗ 40 ਸਾਲ ਪਿੰਡ ਦੇ ਸਰਪੰਚ ਰਹੇ ਤੇ ਕੁਲਜੀਤ ਸਿੰਘ ਢੱਟ ਸਾਹਿਬ ਨਾਲ ਨੇੜਲੇ ਦੇ ਸਬੰਧ ਸਨ। ਜੋ ਮੈਂ ਬਜ਼ੁਰਗਾਂ ਤੋਂ ਸੁਣਿਆ ਤਾਂ ਸਾਡੇ ਲੋਕ ਚੌਹਾਨ ਸਾਹਿਬ ਨੂੰ ਖਾਲਿਸਤਾਨ ਦੇ ਰਾਸ਼ਟਰਪਤੀ ਕਹਿੰਦੇ ਸਨ। ਆਪ ਜੀ ਨੇ ਵੀ ਜੋ ਵੀਰ ਦੇ ਖੱਤ ਦਾ ਜਵਾਬ ਦਿੱਤਾ ਉਹ ਬਹੁਤ ਵਧੀਆ ਹੈ। ਆਪ ਜੀ ਦੀ ਸੋਚ ਨੂੰ ਸਲਾਮ। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਰਣਜੀਤ ਸਿੰਘ ਜੌਲ ਜੀ ਦਾ ਸ਼ੁਕਰੀਆ। ਉਹ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ। ਟਾਂਡੇ ਨਾਲ ਮੇਰਾ ਵੀ ਕਾਫੀ ਲਗਾਵ ਵੀ ਰਿਹਾ, ਆਉਣ ਜਾਣ ਵੀ ਰਿਹਾ। ਮੇਰੇ ਮਿੱਤਰ ਸਨ ਉੱਥੇ ਔਰ ਬਹੁਤ ਸਾਰੇ अर्लीयर दिनों ਦੇ ਵਿੱਚ ਲਾ ਨਾਲ ਲੱਗਦੇ ਪਿੰਡ ਜਿਹੜੇ ਨੇ ਟਾਂਡੇ ਦੇ ਮਸੀਤੀ ਔਰ ਚਾਵਾਂ ਤੇ ਦੂਜੇ ਉਹਨਾਂ ਪਿੰਡਾਂ 'ਚ ਜਾਣਾ ਰਿਹਾ ਜੀ। ਕਿਉਂਕਿ ਇਹਨਾਂ ਦਾ ਵੀ ਇਹ ਵੀ ਨਾਲ ਹੀ ਪਿੰਡ ਚੌਹਾਣਾ ਵੀ ਹੈ ਔਰ ਇੱਥੋਂ ਦਾ ਹੀ ਉਹਨਾਂ ਦਾ ਸੰਬੰਧ। ਇਹਨਾਂ ਦੇ ਜਗਜੀਤ ਸਿੰਘ ਚੌਹਾਨ ਦੇ ਇੱਕ ਬ੍ਰਦਰ ਹੈਡਮਾਸਟਰ ਵੀ ਸਨ ਉਸੇ ਬੈਲਟ 'ਚ। ਦੇਖੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿਉਂਕਿ ਅਸੀਂ ਨਾ ਤਾਂ ਕਿਸੇ ਦੀ ਇੰਟੈਗਰਿਟੀ ਦੇ ਜਾਮਨ ਹੈ ਨਾ ਹੀ ਕਿਸੇ ਨੂੰ ਕੋਈ ਕਲੀਨ ਚਿੱਟ ਜਾਂ ਅਸੀਂ ਸਰਟੀਫਿਕੇਟ ਦਿੰਦੇ। ਪਰ ਸਾਡੇ ਸਾਹਮਣੇ ਜਦੋਂ ਵੀ ਪੈਮਾਨਾ ਹੁੰਦਾ ਹੈ ਜਿਸ ਨੂੰ ਜਿਵੇਂ ਗੁਰੂ ਸਾਹਿਬ ਨੇ ਕ੍ਰਾਈਟੇਰੀਆ ਦਿੱਤਾ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀਏ ਜੀ, ਕਿ ਜਿਹੜੀ ਸਾਂਝ ਹੈ ਉਹ ਗੁਣਾ ਦੀ ਹੈ। ਔਰ ਗੁਣ ਜਦੋਂ ਅਸੀਂ ਦੇਖਦੇ ਹਾਂ, ਚਲੋ ਨਿੱਜੀ ਜ਼ਿੰਦਗੀ 'ਚ ਤੁਹਾਡੇ ਕੋਲ ਚੋਇਸ ਹੁੰਦੀ ਹੈ। ਭੈਣਾਂ ਭਰਾਵਾਂ ਦੇ ਮਾਮਲੇ 'ਚ ਤਾਂ ਨਹੀਂ ਹੁੰਦੀ। ਭਰਾ ਮਾੜਾ ਹੋਏ, ਭੈਣ ਨਾ ਠੀਕ ਹੋਏ, ਰਿਸ਼ਤੇਦਾਰ ਨਾ ਹੋਏ, ਤੁਹਾਡੀ ਕੋਈ ਚੋਇਸ ਨਹੀਂ ਹੁੰਦੀ। ਤੁਸੀਂ ਛੱਡ ਵੀ ਦਿਓ, ਦੁਨੀਆ ਦੀਆਂ ਨਜ਼ਰਾਂ 'ਚ ਰਹਿੰਦਾ ਕਿ ਜੀ ਫਲਾਣੇ ਦਾ ਪੁੱਤਰ ਹੈ ਜੀ ਜਾਂ ਫਲਾਣੇ ਦਾ ਭਰਾ ਹੈ ਜਾਂ ਦੂਜੇ ਜੀ। ਲੇਕਿਨ ਦੋਸਤੀ ਜਾਂ ਜਿਹੜੇ ਤੁਹਾਡੇ ਦੂਸਰੇ ਰਿਸ਼ਤੇ ਹੁੰਦੇ ਨੇ ਉਹਨਾਂ 'ਚ ਤੁਹਾਡੇ ਕੋਲ ਚੋਇਸ ਹੁੰਦੀ ਹੈ। ਜੇ ਕੋਈ ਠੀਕ ਨਹੀਂ ਹੈ ਤੁਸੀਂ ਉਹਨੂੰ ਛੱਡ ਦਿੰਦੇ ਹੋ। ਤੇ ਬਹੁਤ ਵਾਰੀ ਤੁਸੀਂ ਗੁਣਾਂ ਦੀ ਸਾਂਝ ਕਰਦੇ ਹੋ ਕਿ ਤੁਹਾਡੇ ਨਾਲ ਵੀ ਹੁੰਦਾ ਹੈ, ਤੁਹਾਡਾ ਜਿਹੜਾ ਉਹ ਜਾਣੂ ਵੀ ਹੁੰਦਾ ਹੈ। ਉਸ ਵਿਚਲੀਆਂ ਚੰਗੀਆਂ ਗੱਲਾਂ ਨੂੰ ਤੁਸੀਂ ਅਡਾਪਟ ਕਰਦੇ ਹੋ ਜਾਂ ਉਸ ਦੀ ਸਿਫਤ ਕਰਦੇ ਹੋ। ਪੰਥਕ ਨੁਕਤਾ ਨਿਗਾਹ ਤੋਂ ਤਾਂ ਬਹੁਤ ਵਾਰੀ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੁੰਦਾ ਕਿ ਖਾਸ ਤੌਰ ਜਿਹੜੇ ਸਾਡੇ ਤੋਂ ਪਹਿਲਾਂ ਹੋਏ, ਅੱਜ ਨੇ, ਬਾਅਦ 'ਚ ਨੇ, ਹਰ ਇੱਕ ਦਾ ਕੁਛ ਨਾ ਕੁਛ ਐਸਾ ਹੈ ਜਿਹੜਾ ਥੋੜਾ ਬਹੁਤ ਛੇੜੀ ਵੀ ਹੋਏਗਾ, ਥੋੜਾ ਬਹੁਤ ਗਲਤੀਆਂ ਵਾਲਾ ਵੀ ਹੋਏਗਾ। ਕਈ ਵਾਰ ਡੈਲੀਬਰੇਟ ਕੋਈ ਚੌਧਰ ਦੀ ਭੁੱਖ ਹੋਏਗੀ, ਕਈ ਵਾਰੀ ਸਟੰਟ ਹੋਏਗਾ, ਕਈ ਵਾਰ ਖਬਰਾਂ ਲਵਾਉਣ ਦਾ ਚਾਹ ਹੋਏਗਾ। ਹੁਣ ਅਸੀਂ ਬਹੁਤ ਵਾਰੀ ਜਦੋਂ ਬਹੁਤਿਆਂ ਬਾਰੇ ਕਰਦੇ ਹਾਂ ਪ੍ਰਾਈਵੇਟਲੀ ਤਾਂ ਹਰ ਇੱਕ ਬਾਰੇ ਹਰ ਕੋਈ ਗੱਲ ਕਰਦਾ ਜੀ। ਸੋ ਉਹ ਅਸੀਂ ਵੀ ਸੁਣਦੇ ਹਾਂ, ਅਸੀਂ ਵੀ ਕਈਆਂ ਬਾਰੇ ਆਪਣੇ ਵਿਚਾਰ ਰੱਖਦੇ। ਪਰ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਭਾਈ ਜਿਹੜੇ ਵੀ ਬੰਦੇ ਨੇ ਪੰਥਕ ਪਿੜ ਦੇ ਵਿੱਚ ਆ ਕੇ ਕੀ ਪੋਜ਼ਿਟਿਵ ਕੀਤਾ ਔਰ ਕੁਝ ਚੀਜ਼ਾਂ ਨੇ ਜਿਹੜੀਆਂ ਇਤਿਹਾਸਕ ਹੁੰਦੀਆਂ ਉਹ ਤੁਸੀਂ ਕਿਸੇ ਤੋਂ ਖੋ ਨਹੀਂ ਸਕਦੇ। ਉਹ ਉਹਨਾਂ ਨੇ ਹਿਸਟਰੀ ਕ੍ਰੀਏਟ ਕੀਤੀ ਹੈ। ਹੁਣ ਜੇ ਨਥੂ ਰਾਮ ਗੋਡਸੇ ਜਿੰਨਾ ਮਰਜ਼ੀ ਹੇਟਡ ਕਰੈਕਟਰ ਹੋਏ, ਹੁਣ ਤਾਂ ਖੈਰ ਉਹਨੂੰ ਵੀ ਹੀਰੋ ਬਣਾਤਾ ਬੀਜੇਪੀ ਦੀ ਹਕੂਮਤ ਨੇ, ਪਰ ਕੋਈ ਉਸ ਸਟੋਰੀ ਚੋਂ ਬਾਹਰ ਥੋੜੀ ਲਏਗਾ। ਗਾਂਧੀ ਦਾ ਜੀਵਨ ਜਦੋਂ ਡਿਸਕਸ ਹੋਏਗਾ ਗੋਡਸੇ ਦਾ ਹੋਏਗਾ ਹੀ, ਭਾਵੇਂ ਕੋਈ ਉਹਨੂੰ ਪਿਆਰ ਕਰੇ ਭਾਵੇਂ ਕੋਈ ਨਫ਼ਰਤ ਕਰੇ, ਉਹ ਪਾਰਟ ਆਫ ਦਾ ਹਿਸਟਰੀ ਹੈ। ਸੋ ਇਸੇ ਤਰ੍ਹਾਂ ਸਾਡੇ ਖਾਲਿਸਤਾਨ ਦੇ ਸੰਘਰਸ਼ 'ਚ ਵੀ ਪਿਛਲੇ 50-60 ਸਾਲ ਦਾ ਹੋਏ ਜਾਂ 3 ਸਦੀਆਂ ਦੀ ਗੱਲ ਹੋਏ, ਉਹਦੇ 'ਚ ਜਿਹੜੇ ਕਰੈਕਟਰ ਨੇ ਨੈਗੇਟਿਵ ਉਹ ਨੈਗੇਟਿਵ ਵੀ ਨੇ ਤੇ ਜਿਨ੍ਹਾਂ ਦਾ ਕੁਛ ਨਾ ਕੁਛ ਜਿਨ੍ਹਾਂ ਬਾਰੇ ਪੋਜ਼ਿਟਿਵ ਕੁਛ ਨਿਕਲਦਾ ਉਹ ਉਹਨਾਂ ਨੂੰ ਜਿਹੜੇ ਹਿਸਟੋਰੀਅਨ ਨੇ ਉਹਨਾਂ ਦਾ ਡਿਊ ਵੀ ਦਿੰਦੇ ਨੇ। ਇਸ ਲਈ ਕਈ ਵਾਰ ਇਹ ਕਿਹਾ ਜਾਂਦਾ ਹੈ ਹਿਸਟਰੀ ਦੇ ਹਵਾਲੇ ਨਾਲ ਵੀ ਅਸਲੀ ਇਤਿਹਾਸ ਉਦੋਂ ਲਿਖਿਆ ਜਾਂਦਾ ਹੈ ਜਦੋਂ ਕਰੰਟ ਪੀਰੀਅਡ ਦੀ ਡਸਟ ਸੈਟਲ ਹੋ ਜਾਂਦੀ ਹੈ ਕਿ ਘੱਟਾ ਥੱਲੇ ਬਹਿ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਕਰੰਟ 'ਚ ਹੁੰਦੇ ਆ ਫਿਰ ਕਲਰਿੰਗ ਹੁੰਦੀ ਹੈ, ਹਰ ਇੱਕ ਦੀ ਹੁੰਦੀ ਹੈ। ਹੁਣ ਜ਼ਾਹਰ ਹੈ ਕਿ ਉਹਨਾਂ ਨੂੰ ਵੀ ਰਣਜੀਤ ਸਿੰਘ ਜੌਲ ਹੋਰਾਂ ਨੂੰ ਸਾਡਾ ਰਿਸਪੌਂਸ ਚੰਗਾ ਲੱਗਾ ਕਿਉਂਕਿ ਇਹਨਾਂ ਦਾ ਪਰਿਵਾਰ ਨੇੜਲੇ ਤੌਰ ਤੇ ਉਹਨਾਂ ਦੇ ਨਾਲ ਜੁੜੇ ਜਾਣੂ ਨੇ। ਹੋ ਸਕਦਾ ਕੁਝ ਵੀਰਾਂ ਨੂੰ ਚੰਗਾ ਨਾਮ ਵੀ ਲੱਗਾ ਹੋਏ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਪੱਕਾ ਲੇਬਲ ਲਾਇਆ, ਉਹਨਾਂ ਨੂੰ ਲੱਗਾ ਹੋਏਗਾ ਜੀ ਅਸੀਂ ਵੀ ਡਿਫੈਂਡ ਕੀਤੇ, ਕਹਿਣਗੇ ਜੀ ਉਹ ਵੀ ਉਸੇ ਕੈਟਾਗਰੀ ਦੇ ਨੇ।
ਸੋ ਇਹ ਨਾਲ ਹੀ ਹੁੰਦਾ, ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਭਾਈ ਕਿਸੇ ਚੋਂ ਕੁਛ ਨਾ ਕੁਛ ਜਿਹੜਾ ਹੈ ਜੋ ਸਾਨੂੰ ਲੱਗਦਾ ਹੈ ਕਿ ਭਾਈ ਕੌਮੀ ਪੱਖ ਤੋਂ ਜਾਂ ਈਵਨ ਸਟੇਟਿੰਗ ਦਾ ਫੈਕਟਸ ਕਿ ਇਹ ਪਾਰਟ, ਔਰ ਇਹ ਜ਼ਰੂਰੀ ਨਹੀਂ ਜੋ ਅਸੀਂ ਫੈਕਟ ਸਟੇਟ ਕਰਦੇ ਹਾਂ ਸਾਰੇ ਠੀਕ ਹੋਣ, ਕਿਉਂਕਿ ਜਿਵੇਂ ਅਕਸਰ ਮੈਂ ਇਹ ਕਹਿੰਦਾ ਕਿ ਟਰੂਥ, ਐਬਸੋਲੂਟ ਟਰੂਥ ਤਾਂ ਰੱਬ ਹੈ, ਰੱਬ ਜਾਣਦਾ ਹੈ ਕਿਸ ਦੇ ਅੰਦਰ ਕੀ ਹੈ, ਕਿਉਂਕਿ ਉਹ ਅਲਮਾਈਟੀ ਗॉड ਹੈ, ਉਹਨੂੰ ਸਭ ਪਤਾ ਹੈ, ਕੱਟ ਕੇ ਅੰਤਰ ਕੀ ਜਾਣਤ, ਭਰੇ ਬੁਰੇ ਕੀ ਪੀਰ ਪਛਾਨਤ ਹਨ, ਉਸ ਨੂੰ ਪਤਾ ਹੈ। ਬਾਕੀ ਸਾਡੇ ਪਰਸਪੈਕਟਿਵ ਨੇ, ਅਸੀਂ ਕਿਵੇਂ ਦੇਖਦੇ ਹਾਂ, ਔਰ ਉਸ ਚੋਂ ਹੀ ਸਾਨੂੰ ਉਹਦੇ ਚੋਂ ਪੋਜ਼ਿਟਿਵ ਵੀ ਨਜ਼ਰ ਆਉਂਦਾ ਹੈ, ਨੈਗੇਟਿਵ ਵੀ ਆਉਂਦਾ। ਜਿਵੇਂ ਹੁਣ ਮੈਂ ਜਦੋਂ ਸਿੰਘ ਸਭਾ ਗੁਰਦੁਆਰਾ ਐਡਰੈਸ ਕੀਤਾ ਤੇ ਉੱਥੇ ਇੱਕ ਸੱਜਣ ਜਿਹੜੇ ਬੜੇ ਪੰਥਕ ਨੇ, ਔਰ ਉਹਨਾਂ ਨੇ ਜਗਜੀਤ ਸਿੰਘ ਚੌਹਾਨ ਦਾ ਜਦੋਂ ਜ਼ਿਕਰ ਕੀਤਾ ਤੇ ਉਹ ਵੀ ਡਿਸਟ੍ਰਿਕਟ ਹੁਸ਼ਿਆਰਪੁਰ ਨਾਲ ਸੰਬੰਧਿਤ ਨੇ, ਤਾਂ ਉਹ ਸ਼ੁਰੂ ਮੈਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਚੌਹਾਨ ਵਾਸ਼ਿੰਗਟਨ ਆਏ ਸਾਡੇ ਕੋਲ ਹੀ ਰੁਕੇ ਸੀ, ਔਰ ਕਈ ਚੀਜ਼ਾਂ ਉਹਨਾਂ ਨੇ ਉਹਨਾਂ ਬਾਰੇ ਹੋਰ ਵੀ ਦੱਸੀਆਂ। ਪਰ ਜਿਹੜੀ ਹੁਣ ਐਤਕੀ ਮਿਲੇ ਤੇ ਮੈਨੂੰ ਕਹਿਣ ਲੱਗੇ ਕਿ ਜੀ ਮੈਂ TV 84 ਦੇਖਦਾ ਹਾਂ, ਮੈਂ ਤੁਹਾਡਾ ਨਾਨਕ ਸ਼ਾਹ ਫਕੀਰ ਦੇ ਉੱਤੇ ਜਿਹੜਾ ਤੁਸੀਂ ਕਮੈਂਟ ਕੀਤਾ ਹੈ ਉਹ ਮੈਂ ਦੇਖਿਆ ਵੀ, ਪਰ ਮੈਨੂੰ ਸਾਰਾ ਠੀਕ ਨਹੀਂ ਲੱਗਾ। ਮੈਂ ਕਿਹਾ ਜੀ ਕਿਉਂ? ਕਹਿੰਦੇ ਮੈਂ ਫਿਲਮ ਵੀ ਦੇਖੀ ਹੈ ਤੇ ਫਿਲਮ ਦੇ ਵਿੱਚ ਜਿਹੜੀਆਂ ਨੇ 2-3 ਜਿਹੜੀਆਂ ਨੇ ਉਹ ਖਾਮੀਆਂ ਨੇ। ਮੈਂ ਕਿਹਾ ਜੀ ਪਹਿਲਾਂ ਤੁਸੀਂ ਖਾਮੀਆਂ ਦੱਸੋ, ਫਿਰ ਦੱਸੋ ਕਿ ਵੀ ਤੁਹਾਨੂੰ ਕਿਹੜੀ ਗੱਲ ਠੀਕ ਨਹੀਂ ਲੱਗੀ। ਉਹ ਕਹਿੰਦਾ ਜੀ ਖਾਮੀਆਂ ਜਿਵੇਂ ਕਿ 100% ਐਨੀਮੇਟਡ ਹੋਣਾ ਚਾਹੀਦਾ ਸੀ, ਗੁਰੂ ਸਾਹਿਬ ਦਾ ਰੋਲ ਨਹੀਂ ਸੀ ਅਦਾ ਕਰਨਾ ਚਾਹੀਦਾ। ਫਿਰ ਉਹਨਾਂ ਨੇ ਕੋਈ ਰੀਠੇ ਦੇ ਹਵਾਲੇ ਨਾਲ ਦੱਸੀ ਕਿ ਜੀ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਨੇ ਇੱਕ ਰੀਠਾ ਦਿੱਤਾ, ਉਹਨਾਂ ਨੇ ਕਿਹਾ ਸਿਰਫ ਇਹੀ ਠੀਕ ਸੀ, ਤੂੰ ਇਹੀ ਖਾਣਾ ਹੈ, ਪਰ ਉਹਨੇ ਲਾਲਚ ਕਰਕੇ ਬਾਕੀ ਖਾਧੇ, ਕੋਈ ਵੇਰਵਾ ਦੱਸ ਰਹੇ ਸੀ। ਕਹਿੰਦਾ ਜੀ ਇਹ ਵੀ ਨਹੀਂ ਹੈ, ਮਤਲਬ ਇਹ ਸਾਖੀ ਠੀਕ ਨਹੀਂ ਹੈ। ਦੂਜਾ ਤੇ ਬਾਕੀ ਉਹ ਕਹਿਣ ਲੱਗੇ ਜੀ ਯੰਗਰ ਜਨਰੇਸ਼ਨ ਹੈ, ਜੇ ਅਸੀਂ ਇਸ ਮੀਡੀਆ ਦਾ ਇਸਤੇਮਾਲ ਨਹੀਂ ਕਰਾਂਗੇ, ਵੀ ਸਾਡੀ ਜਨਰੇਸ਼ਨ ਦਾ ਫੇਥ ਬੇਸਡ ਸੀ ਤੇ ਉਹਦੇ ਥੱਲੇ ਸਾਨੂੰ, ਮੈਂ ਕਿਹਾ ਜੀ ਪਹਿਲੀ ਗੱਲ ਵੀ ਅਸੀਂ ਕਿਹੜਾ ਜਿਹੜੀ ਯੂਜ਼ ਆਫ ਦਾ ਮੀਡੀਆ ਹੈ ਜਾਂ ਈਵਨ ਐਨੀਮੇਸ਼ਨ ਦੇ ਹਵਾਲੇ ਨਾਲ ਵੀ ਅਸੀਂ ਕੋਈ ਕਿਸੇ ਦਾ ਵਿਰੋਧ ਤਾਂ ਨਹੀਂ ਕੀਤਾ ਹੈ। ਬਾਕੀ ਮੈਂ ਕਿਹਾ ਕੁਛ ਇਸ ਕਿਸਮ ਦੇ ਰੈਜ਼ੋਲੂਸ਼ਨ ਈਵਨ ਜਥੇਦਾਰ ਅਕਾਲ ਤਖਤ ਜਾਂ ਪੰਜ ਸਿੰਘ ਸਾਹਿਬਾਨ ਜਾਂ ਸ਼ਾਇਦ ਸ਼੍ਰੋਮਣੀ ਕਮੇਟੀ ਨੇ ਵੀ ਕੁਝ ਸਮਾਂ ਪਹਿਲਾਂ ਕੀਤਾ ਸੀ ਕਿ 10 ਗੁਰੂ ਸਾਹਿਬਾਨ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਇਹਨਾਂ ਦਾ ਕੋਈ ਕਿਰਦਾਰ ਨਹੀਂ ਨਿਭਾ ਸਕਦਾ। ਸੋ ਮੈਂ ਕਹਿੰਦਾ ਨਹੀਂ ਤਾਂ ਜੀ ਸਾਡਾ ਹਾਲ ਉਹ ਰਾਮਲੀਲਾ ਦਾ ਹੋ ਜਾਏਗਾ, ਜਿਹੜਾ ਮਰਜੀ ਜਿਹੜਾ ਉਹ ਸੀਤਾ ਬਣੀ ਹੁੰਦੀ ਹੈ, ਉਹ ਕੋਈ ਰਾਮ ਬਣਾਇਆ ਹੁੰਦਾ ਹੈ, ਕਿਸੇ ਦੇ ਪੂੰਛ ਲਾ ਕੇ ਹਨੂਮਾਨ ਬਣਾਇਆ ਹੁੰਦਾ ਹੈ, ਮੁੜ ਕੇ ਉਹ ਰਾਮ ਸਿਗਟਾਂ ਪੀ ਰਿਹਾ ਹੁੰਦਾ ਕਿਤੇ, ਜਿਹਨੂੰ ਸੀਤਾ ਮੁੰਡੇ ਨੂੰ ਵੀ ਬਣਾਇਆ ਹੁੰਦਾ ਹੈ ਕੁੜੀ, ਉਹ ਕੋ ਹੋਰ ਸਾਹਮਣੇ ਹੋ ਰਹੇ ਕਹਿੰਦੇ ਆਹ ਸੀਤਾ। ਮੈਂ ਕਿਹਾ ਇਹੀ ਹਾਲ ਸਾਡਾ ਹੋ ਜਾਣਾ। ਸੋ ਮੈਂ ਕਿਹਾ ਕਿ ਵੀ ਸਾਨੂੰ ਇਹ ਦੇਖਣਾ ਚਾਹੀਦਾ ਕਿ ਭਾਈ ਕਿੱਥੇ ਕੀ। ਬਾਕੀ ਆਫ ਕੋਰਸ ਕਿ ਸਾਨੂੰ ਜਿਹੜਾ ਲੇਟੈਸਟ ਮੀਡੀਆ ਹੈ ਜਾਂ ਟੈਕਨੋਲੋਜੀਜ਼ ਨੇ ਉਹ ਇਸਤੇਮਾਲ ਕਰਨੀਆਂ ਚਾਹੀਦੀਆਂ ਆਪਣੀ ਗੱਲ ਕਹਿਣ ਲਈ, ਪਰ ਆਪਣਾ ਸਿਧਾਂਤ ਜਾਂ ਉਹਦੇ ਨਾਲ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਡਾਕਟਰ ਚੌਹਾਨ ਬਾਰੇ ਵੀ ਜਿੰਨਾ ਕੁ ਪਰਸਪੈਕਟਿਵ ਸਾਨੂੰ ਪਤਾ ਸੀ ਉਸ ਤੋਂ ਹੀ ਜਿਹੜੀ ਇਹ ਗੱਲ ਕੀਤੀ ਹੈ। ਸੋ ਇਹਨਾਂ ਦਾ ਰਣਜੀਤ ਸਿੰਘ ਜੌਲ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।